ਗੱਲ ਹੋ ਰਹੀ ਹੈ। ਮੇਰੇ ਮੋਹਤਰਮ ਫਲਸਤੀਨ ਦੀ ਗੱਲ ਕਰਨ ਦੇ ਸਾਡੀਆਂ ਬੇਟੀਆਂ, ਸਾਡੇ ਬੱਚੇ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਉਹ ਤੇ ਪਕਾਰ ਰਹੀਆਂ ਨੇ ਸਾਨੂੰ। ਪਾਰਟੀਆਂ ਦੇ ਲੋਕ ਨੇ, ਉਹਨਾਂ ਨੂੰ ਅਗਰ ਤੁਸੀਂ ਕੁਝ ਕਹਿਣਾ ਚਾਹੋ। ਉਹਨਾਂ ਨੂੰ ਇਹੀ ਕਹਿੰਦੇ ਆ ਫਲਸਤੀਨ ਲਈ ਆਵਾਜ਼ ਉਠਾਉਣ, गैरतमंद बनन, यही कहना चाहते। अस्सलामुअलैकुम वरहमतुल्लाहि वबरकातुहू। नाज़रीन मोहतरम, मैं हाफिज़ ज़मान रिज़वी आपकी खिदमत में एक नई वीडियो के साथ हाजिर हूँ। जिस तरह कि आप जानते हैं कि हाजी नवाज़ गुड्डू साहब जो है वो हमारे साथ जो है मौजूद हैं, तो चंद बातें जो है उनके साथ करें। अस्सलाम वालेकुम जी। वालेकुम सलाम। हाजी साहब, सब नाल पहले तो थोड़ा बहुत शुक्रिया माशाल्लाह, तुसी टाइम दिता। अल्लाह ताला थोड़ी मोहब्बतां नूं सलामत रखे। तो माशाल्लाह तुसी देख रहे हो कि उर्स दे अंदर दो सबाब काफ़ी आ गए ने और देखो सुबह ਜਿਹੜਾ ਦੋ ਸਬਾਬ ਮਜ਼ੀਦ ਜਿਹੜਾ ਆਣਗੇ ਤੇ ਸਾਡਾ ਮਤਲਬ ਇੱਕ ਅਰਜ਼ ਹੈ ਸੀ ਕਿ ਸਾਦ ਭਾਈ ਜਿਹੜਾ ਹੈਗੇ ਉਹਨਾਂ ਦੇ ਨਾਲ ਮਾਸ਼ਾਅੱਲਾ ਅਸੀਂ ਤੁਹਾਨੂੰ ਬਹੁਤ ਸਾਰੀ ਜਗ੍ਹਾ ਤੇ ਦੇਖਿਆ ਵਾ ਕਿ ਤੁਸੀਂ ਮਾਸ਼ਾਅੱਲਾ ਗੱਡੀਆਂ ਦੇ ਨਾਲ ਉਹਨਾਂ ਦਾ ਇਸਤਕਬਾਲ ਕਰਦੇ ਹੋ, ਕਾਰਾਂ ਦੇ ਨਾਲ ਉਹਨਾਂ ਦਾ ਇਸਤਕਬਾਲ ਕਰਦੇ ਹੋ। ਇਹਦੀ ਕੀ ਵਜ੍ਹਾ ਵਾ? ਕੁੱਤੇ ਪਾਕ ਰਸੂਲ ਦੇ ਇਹੀ ਕੰਮ ਕਰਨਾ ਜੋ ਕਰਨੇ ਮਾਸ਼ਾਅੱਲਾ ਜੀ। ਅੱਛਾ ਜੀ, ਤੁਹਾਡੇ ਇਲਾਕੇ ਦੇ ਅੰਦਰ ਜਿਹੜੇ ਦੂਸਰੀ ਪਾਰਟੀਆਂ ਦੇ ਲੋਕ ਨੇ, ਉਹਨਾਂ ਨੂੰ ਅਗਰ ਤੁਸੀਂ ਕੁਝ ਕਹਿਣਾ ਚਾਹੋ। ਉਹਨਾਂ ਨੂੰ ਇਹੀ ਕਹਿੰਦੇ ਆ ਫਲਸਤੀਨ ਲਈ ਆਵਾਜ਼ ਉਠਾਉਣ, ਗੈਰਤਮੰਦ ਬਣਨ, यही कहना चाहते और क्या कहना। जी बिल्कुल बिल्कुल। अच्छा जी, बाबा जी का उर्स हो रहा, सिर्फ बाबा जी का उर्स भी कला हो रहा या फलस्तीन के हक के अंदर भी इनके बारे बाबा जी का उर्स हो रहा? सब तो पहले फलस्तीन की गल हो रही है। मेरे मोहतरम फलस्तीन की गल करन दे साडियां बेटियां, साडे बच्चे, साडे बजुर्ग, साडियां मावां ਉਹ ਤੇ ਪਕਾਰ ਰਹੀਆਂ ਨੇ ਸਾਨੂੰ। ਅਸੀਂ ਪਿਛਲੇ ਦਿਨਾਂ ਦੇਖਿਆ ਵਾ ਕਿ ਚੀਫ ਜਸਟਿਸ ਸਾਹਿਬ ਨੇ ਜਨਾਬ ਸਾਰੇ ਵੱਡੇ ਲੋਕਾਂ ਨੂੰ ਬੁਲਾਇਆ, ਬੜੇ ਮਸ਼ਾਇਖ ਨੂੰ ਬੁਲਾਇਆ। ਸਾਦ ਭਾਈ ਨੂੰ ਨਾ ਬੁਲਾਉਣ ਦੀ ਵਜ੍ਹਾ ਕੀ ਹੈ? ਕਿਉਂ ਨਹੀਂ ਉਹਨਾਂ ਨੂੰ ਸੱਦਿਆ? ਸਾਰੇ ਕਹਿੰਦੇ ਜਨਾਬ ਅਮਨ ਅਮਨ ਅਮਨ। ਕਿੰਨੇ ਨਹੀਂ ਸੱਦਿਆ? ਚੀਫ ਜਸਟਿਸ ਸਾਹਿਬ ਨੇ ਜਨਾਬ ਸਾਰੇ ਵੱਡੇ ਮਸ਼ਾਇਖ ਜਿਹੜੇ ਵੱਡੇ ਮੌਲਵੀ ਸੀ ਉਹਨਾਂ ਨੂੰ, ਹਾਂਜੀ 2 ਨੰਬਰ ਸਾਰੇ ਮੌਲਵੀਆਂ ਨੂੰ ਬੁਲਾਇਆ ਵਾ ਔਰ ਸਾਰਿਆਂ ਨੇ ਜਨਾਬ ਇਹੀ ਕਿਹਾ ਵਾ ਕਿ ਜਨਾਬ ਇਸਲਾਮ ਅਮਨ ਦਾ ਦਰਸ ਦਿੰਦਾ ਵਾ, ਜਨਾਬ ਜਿਹਾਦ ਨਹੀਂ ਕਰਨਾ। ਇਹ ਸਾਦਗੀ ਸਾਨੂੰ ਨਾ ਬੁਲਾਉਣ ਦੀ ਵਜ੍ਹਾ ਕੀ ਆ ਜਨਾਬ? ਗੱਲ ਸਰਕਾਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਆਕਾ ਨੇ ਇਹ ਜੰਗਾਂ ਨਹੀਂ ਲੜੀਆਂ ਗਈਆਂ। ਜਦੋਂ ਜ਼ਾਲਮ ਹੁੰਦੇ ਤਾਂ ਯਹੂਦੀ, ਉਦੋਂ ਜੰਗਾਂ ਨਹੀਂ ਲੜੀਆਂ ਗਈਆਂ। ਪਹਿਲੋਂ ਕਾਫਰਾਂ ਨਾਲ ਜੰਗਾਂ ਨਹੀਂ ਲੜੀਆਂ ਗਈਆਂ। ਸਰਕਾਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਖੁਦ ਜੰਗਾਂ ਲੜਦੇ ਰਹੇ ਨੇ। ਬੇਸ਼ੱਕ। ਅੱਛਾ, ਜਿਹੜੇ ਕਹਿੰਦੇ ਨੇ ਕਿ ਜਨਾਬ ਤੁਸੀਂ ਬਾਬਾ ਜੀ ਦੇ ਨਾਮ ਦੇ ਨਾਲ ਹਾਫਿਜ਼ ਕਿਉਂ ਲਾਇਆ ਵਾ, ਉਹਨਾਂ ਨੂੰ ਤੁਸੀਂ ਥੋੜਾ ਜਿਹਾ। ਬਾਬਾ ਜੀ ਦੇ ਨਾਲ ਹਾਫਿਜ਼ ਨਹੀਂ ਲੱਗਣਾ ਤੇ ਲੱਗਣਾ ਕਿਹਦੇ ਨਾਲ ਹੈ? ਬੇਸ਼ੱਕ ਜੀ। ਜਿਹਨੇ ਖਤਮੇ ਨਬੂਵਤ ਦਾ ਦੱਸਿਆ ਹੀ ਬਾਬਾ ਜੀ ਨੇ। ਬੇਸ਼ੱਕ। ਇਹਨਾਂ ਮੌਲਵੀਆਂ ਦਾ ਹੋਰ ਕਿਹਾ ਦੱਸਿਆ ਹੀ ਨਹੀਂ, ਬਾਬਾ ਜੀ ਨੇ ਦੱਸਿਆ ਖਤਮੇ ਨਬੂਵਤ ਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਛਾ ਜੀ, ਆਖਰ ਦੇ ਉੱਤੇ ਸਾਡੇ ਵੇਖਣ ਵਾਲਿਆਂ ਨੂੰ ਤੁਸੀਂ ਕੋਈ 1-2 ਗੱਲ ਦੱਸ ਦਿਓ ਤਹਿਰੀਕ ਦੇ ਹਵਾਲੇ ਨੂੰ, ਕੋਈ ਪੈਗਾਮ। ਤਰੀਕ ਦੇ ਹਵਾਲੇ ਨਾਲ 24 ਘੰਟਿਆਂ ਦੀ ਸਾਦ ਰਿਜ਼ਵੀ ਦੇ ਦੇਣ ਹਕੂਮਤ। 24 ਘੰਟਿਆਂ 'ਚ ਪੂਰੇ ਪਾਕਿਸਤਾਨ ਦੇ ਯਹੂਦੀ ਹਰ ਚੀਜ਼ ਮੁਕਾ ਦੇਂਗੇ, ਆਜ਼ਾਦ ਕਰਾ ਦੇਂਗੇ ਅੱਲਾ ਦੇ ਹੁਕਮ। इंशाल्लाह जी इंशाल्लाह। दीन तख्ते आ रहा है इंशाल्लाह। ਅਸੀਂ ਰਹੀਏ ਨਾ ਰਹੀਏ, दीन तख्ते आ रहा है। ਅੱਜ ਲੋਕਾਂ ਦੀ ਰੋਟੀ ਨਹੀਂ ਪੱਕਦੀ ਪਈ, ਘਰ ਦੇ ਲੋਕਾਂ ਦੇ ਚੁੱਲ੍ਹੇ ਨਹੀਂ ਜਲਦੇ, ਬੱਤੀ ਦਾ ਬਿੱਲ ਤਾਰ ਦਿੰਦੇ ਨੇ, ਲੋਕਾਂ ਦੇ ਘਰ ਦੇ ਚੁੱਲ੍ਹੇ ਨਹੀਂ ਜਲਦੇ ਪਏ। ਨੌਕਰੀ ਪੇਸ਼ਾ ਬੰਦੇ ਜਿਹੜੇ ਨੇ ਉਹ ਮਜਬੂਰ ਹੋ ਗਏ ਨੇ। ਉਹਨਾਂ ਦੀ ਹਾਲਤ ਇਹ ਹੋਈ, ਬਹੁਤ ਜ਼ਿਆਦਾ ਤੰਗ ਲੋਕ ਹੋ ਚੁੱਕੇ ਨੇ। ਇਹਨਾਂ ਨੂੰ ਗੈਰਤ ਹੀ ਨਹੀਂ ਆਉਂਦੀ। ਦੇਖੋ ਸਾਡੀਆਂ ਮਾਵਾਂ ਭੈਣਾਂ ਸਾਨੂੰ ਪਕਾਰ ਰਹੀਆਂ ਨੇ, ਅਸੀਂ ਉੱਥੇ ਨਹੀਂ ਜਵਾਬ ਦੇ ਰਹੇ। ਅਸੀਂ ਮਜ਼ਾਮਤ ਕਰਨੇ ਆ। ਕਿਹੜੀ ਮਜ਼ਾਮਤ ਕਰਦੇ ਨੇ? ਮਜ਼ਾਮਤ ਜਿਹੜੀ ਮਜ਼ਾਮਤ ਤਾਂ ਕਮਜ਼ੋਰ ਬੰਦੇ ਕਰਦੇ ਨੇ, ਬਹਾਦਰ ਬੰਦੇ ਕਿਤੋਂ ਮਜ਼ਾਮਤ ਕਰਦੇ ਨੇ? ਸਾਨੂੰ ਦੇਣ ਨਾ ਸਾਰਾ ਕੁਝ ਲਬੈਕ ਵਾਲਿਆਂ ਨੂੰ। ਵੇ ਧੂੜ ਪੱਟ ਰਹੇ ਕਿ ਨਹੀਂ ਭਲਾ? ਨਹੀਂ, ਕਹਿੰਦੇ ਨੇ ਕਿ ਮੀਆਂ ਆ ਗਿਆ ਵਾ ਤੇ ਹੁਣ ਮਹਿੰਗਾਈ ਸਾਰੀ ਥੱਲੇ ਆ ਜਾਏਗੀ। ਮੀਆਂ ਨਵਾਜ਼ ਸ਼ਰੀਫ ਜਦੋਂ ਵੀ ਆਇਆ, ਜਦੋਂ ਆਪਦਾ ਮਾਂ-ਬਾਪ ਸੀ ਉਹਨੇ ਟੋਰਿਆ, ਉਦੋਂ ਦਾ ਉਹਨਾਂ ਨੂੰ ਭੇਜ ਦਿੱਤੇ, ਉਦੋਂ ਦਾ ਨਾ ਆਇਆ ਉਹਨਾਂ ਨੂੰ ਦਫਨਾਉਣ। ਅੱਜ ਆ ਗਿਆ, ਮਹਿੰਗਾਈ ਕਿਵੇਂ ਖਤਮ ਕਰ ਦੇਦਾ? ਮਹਿੰਗਾਈ ਕਿਸ ਤਰ੍ਹਾਂ ਖਤਮ ਕਰ ਦਿੰਦੇ? ਮਹਿੰਗਾਈ ਕੀਤੀ ਕਿੰਨਾ? ਨੂਨ ਲੀਗ ਨੇ। ਮਹਿੰਗਾਈ ਸਾਰਾ ਕੁਝ ਕੀਤਾ ਕਿੰਨਾ? ਸਹਿਨ ਕਿੰਨਾ ਕੀਤੇ ਨੇ? ਸ਼ਬਾਜ਼ ਸ਼ਰੀਫ ਨੇ। 420 ਦੇ ਸਹਿਨ ਕਿੰਨੇ ਕੀਤੇ ਨੇ? 200 ਦੇ ਯੂਨਿਟ ਦੇ ਹਿਸਾਬ ਤੇ ਸਹਿਨ ਕਿੰਨੇ ਕੀਤੇ ਨੇ? ਸ਼ਬਾਜ਼ ਸ਼ਰੀਫ ਨੇ। ਇਹਨਾਂ ਨੂੰ ਪਤਾ ਲੱਗਦਾ ਹਲਕੇ 'ਚ ਵੜਨ ਦਾ ਸੀ। ਇਹਨਾਂ ਜਿਹੜਾ 2 ਮਹੀਨੇ ਜਾਂ 3 ਮਹੀਨੇ ਤਿਆਰੀ ਕੀਤੀ ਹੈ, ਉਹ ਤੇ ਬੰਦਾ ਵੜਿਆ ਕਿਤੇ 5-5 ਹਜ਼ਾਰ ਰੁਪਈਆ ਦਿੱਤਾ ਨੇ, ਤਾਂ ਵੀ ਉਹਨਾਂ ਗਰੀਬ ਲੋਕਾਂ ਉਹਦੇ ਬੜੇ ਕੋ ਨਹੀਂ ਬੰਦਾ। ਉਹਦੇ ਖਾਲੀ ਕੁਰਸੀਆਂ ਵਹਾਈਆਂ ਗਈਆਂ, ਝੰਡੇ ਬੰਨ ਕੇ। ਅੱਛਾ, ਜਦੋਂ ਤਹਿਰੀਕੇ ਲਬਈ ਪਾਕਿਸਤਾਨ ਦੀ ਹੁਕੂਮਤ ਆਏਗੀ ਉਦੋਂ ਚੀਜ਼ਾਂ ਸਸਤੀਆਂ ਹੋਣਗੀਆਂ। ਤਰੀਕੇ ਲਬੈਕ ਦੀ ਹੁਕੂਮਤ ਆਈ ਨਾ ਤੇ ਕੋਈ ਭੁੱਖਾ ਨਹੀਂ ਦੇਵੇਗਾ। ਅੱਲਾ ਦੇ ਹੁਕਮ ਨਾਲ ਉਹਨਾਂ ਨੂੰ ਘਰ ਜਾ ਕੇ ਮਿਲਾਂਦੇ ਵੀ ਕੋਈ ਬੰਦਾ ਭੁੱਖਾ ਨਹੀਂ ਦੇਦਾ। ਜਦੋਂ ਦੀਨ ਤਖਤੇ ਆਇਆ ਨਾ, ਜਦੋਂ ਅੱਲਾ ਦੇ ਹੁਕਮ ਨਾਲ ਵੇਖੀ ਤਰੱਕੀਆਂ ਹੁੰਦੀਆਂ ਕਿਵੇਂ। बहुत शुक्रिया हाजी साहब। सूद देने वाला भी दोज की, लेने वाला भी दोज की। ये सूद दे लै भी रहे, दे भी रहे। जो अल्लाह कहना मेरे नाल जंग है,
ਇਹ ਤੋਂ ਬਾਅਦ ਹੋਰ ਕਿਹੜਾ ਜੋ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਕੇ ਬਣਾਏ ਜਾਣ ਤੇ ਅਸੀਂ ਫਿਰ ਵੀ ਨਾ ਬੋਲੀਏ ਤੇ ਅਸੀਂ ਕਾਹਦੇ ਮੁਸਲਮਾਨ ਹਾਂ? किस चीज दे मुसलमान ना दे मुसलमान बेशक बेशक माशाल्लाह। ये जनाब हाजी नवाब गुड्डू साहब हमारे साथ मौजूद थे। तो जनाब उम्मत वास्ते रो रो दुआवां मंगी आका ने आपदी दाढ़ी मुबारक भेज लेंदे सन ते उम्मत की करदी है भी बेशक ਇਹ ਆਦੇ ਨੇ ਜੋ ਨਵਾਜ਼ ਸ਼ਰੀਫ ਆਇਆ ਉਹਤੇ ਜਿਹੜੀਆਂ ਹੈਗੀਆਂ ਨੇ ਜੰਨਤ ਦੀਆਂ ਟਿਕਟਾਂ ਮਿਲਣਦੀਆਂ अल्लाह ਉਹ ਇਹ ਤਾਂ ਮਾਨ ਤੋਂ ਹੀ ਖਾਰਜ ਹੋ ਚੁੱਕੇ ਨੇ ਇਹਨਾਂ ਜੰਨਤ ਦੀਆਂ ਟਿਕਟਾਂ ਇਮਾਮ ਹਸਨ ਦਾ ਇਹਨਾਂ ਜਿਹਨਾਂ ਜੰਨਤ ਦੀਆਂ ਟਿਕਟਾਂ ਦੇਣੀਆਂ ਨੇ बेशक बेशक। चलें जी बहुत शुक्रिया जज़ाकल्लाह जी। ਇਹਨਾਂ ਦੀ ਗੈਰਤ ਮਰ ਚੁੱਕੀ ਗੈਰਤ ਜਾਗੇ ਇਹਨਾਂ ਦੀ ਜੇ ਅੱਜ ਵੀ ਉਦੋਂ ਹੀ ਫਿਰ ਸਰਕਾਰ ਨਬੀ ਪਾਕ ਦੇ ਹੁੰਦਿਆਂ ਵੀ ਉਦੋਂ ਵੀ ਮੁਨਾਫਿਕ ਹੁੰਦੇ ਸਨ ਅੱਜ ਵੀ ਮੁਨਾਫਿਕ ਨੇ चलें ਤਾਜਦਾਰੇ ਖਤਮੇ ਨਬੂਵਤ जिंदाबाद जिंदाबाद जिंदाबाद।